ਮਸਲਾ ਸੈਕੰਡ ਹੈਗਾ ਜਿਹਦਾ ਸੰਬੰਧ ਸ਼੍ਰੋਮਣੀ ਅਕਾਲੀ ਦਲ ਦੀ ਯੂਨਿਟੀ ਨਾਲ ਹੈ, ਕਿਉਂਕਿ ਮੈਂ ਇੱਕ ਪ੍ਰਾਇਮਰੀ ਮੈਂਬਰ ਹੋਣ ਦੇ ਨਾਤੇ, ਅਕਾਲੀ ਦਲ ਦਾ ਇੱਕ ਸਿਪਾਹੀ ਹੋਣ ਦੇ ਨਾਤੇ ਸਥਿਰ ਕਦਮਾਂ ਨਾਲ ਕੁਝ ਕਾਰਵਾਈ ਪਿਛਲੇ 2 ਮਹੀਨਿਆਂ ਤੋਂ ਆਰੰਭੀ, ਜਿਸ ਦਾ ਮੈਂ ਜ਼ਿਕਰ ਨਹੀਂ ਸੀ ਕੀਤਾ। ਅੱਜ ਪਹਿਲੇ ਉਸ ਪੱਤਰ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਜਿਹੜਾ ਪੱਤਰ ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ 31 ਤਾਰੀਖ ਨੂੰ ਤਲਵੰਡੀ ਸਾਬੋ ਦੀ ਪਾਵਨ ਧਰਤੀ ਤੇ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਤਾਨੀ ਦੀ ਧਰਤੀ ਤੇ ਮੈਂ ਇਹ ਪੱਤਰ ਲਿਖਿਆ। ਮੈਂ ਪੜ੍ਹਨਾ ਚਾਹੁੰਦਾ, ਕੇਵਲ 2 ਪੈਰੇ ਨੇ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਮੇਂ ਬਰ ਸਮੇਂ ਆਪ ਜੀ ਵੱਲੋਂ ਸਿੱਖ ਕੌਮ ਦੇ ਨਾਮ ਦਿੱਤੇ ਆਦੇਸ਼ ਅਤੇ ਸੰਦੇਸ਼ ਬਹੁਤ ਸ਼ਲਾਘਾਯੋਗ ਅਤੇ ਦੂਰਗਾਮੀ ਸਿੱਟਿਆਂ ਵਾਲੇ ਹਨ। ਮੇਰੀ ਤੁੱਛ ਬੁੱਧੀ ਮੁਤਾਬਕ ਇਹ ਪ੍ਰਵਚਨ ਅਤੇ ਹੁਕਮਨਾਮੇ ਕੌਮਾਂ, ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਲਈ ਮੀਲ ਪੱਥਰ ਸਾਬਤ ਹੋਣਗੇ। ਦਾਸ ਨੇ ਆਪ ਜੀ ਦੇ ਵਿਚਾਰਾਂ ਦਾ ਬੜੀ ਗੰਭੀਰਤਾ ਨਾਲ ਚਿੰਤਨ ਅਤੇ ਮੰਥਨ ਕੀਤਾ ਹੈ। 31/8/2022 ਦਾ ਇਹ ਮੇਰਾ ਪੱਤਰ ਹੈ। ਅਗਲਾ ਪੈਰਾ ਹੈ, ਆਪ ਜੀ ਵੱਲੋਂ ਦਿੱਤੇ ਇਹ ਬਿਰਤਾਂਤ ਵਰਣਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਿਆਗ ਕੌਮਾਂ ਦ੍ਰਿੜਤਾ, ਕੌਮਾਂ ਸੁਹਿਰਦਤਾ ਅਤੇ ਕੁਰਬਾਨੀ ਦੀ ਲੋੜ ਹੈ। ਪੰਥ ਦਾ ਅਤ ਨਿਮਾਣਾ ਸੇਵਕ ਹੋਣ ਨਾਤੇ ਮੈਂ ਮਹਿਸੂਸ ਕਰਦਾ ਹਾਂ ਕਿ ਪੰਥਕ ਏਕਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਕੌਮ ਦੇ ਉਜਵਲ ਭਵਿੱਖ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ। ਇਹ 3 ਲਾਈਨਾਂ ਕੇਵਲ। ਇਸ ਪਾਕ ਪਵਿੱਤਰ ਕਾਰਜ ਲਈ ਗੁਰੂ ਮਹਾਰਾਜ ਸੰਗਤ ਅਤੇ ਆਪ ਜੀ ਦਾ ਆਸ਼ੀਰਵਾਦ ਮੰਗਦਾ ਹਾਂ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਕਦਮ ਨਾਲ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਕੇ ਨਿਕਲੇਗਾ। ਇਸ ਸੰਬੰਧ ਵਿੱਚ ਪੰਥਕ ਹਸਤੀਆਂ, ਸੰਤਾਂ, ਸਾਧੂਆਂ, ਮਹਾਂਪੁਰਸ਼ਾਂ, ਪੰਥ ਦੀਆਂ ਨੁਮਾਇੰਦਾ ਸੰਪਰਦਾਵਾਂ ਅਤੇ ਸਿੱਖ ਬੁੱਧੀਜੀਵੀਆਂ ਨਾਲ ਮੇਰੇ ਵੱਲੋਂ, ਮੈਂ ਪੱਤਰ 'ਚ ਕਿਹਾ, ਦਾਸ ਵੱਲੋਂ ਸੰਪਰਕ ਕੀਤਾ ਜਾ ਰਿਹਾ। ਹੁਣ ਮੈਂ ਸੰਪਰਕ ਕੀ ਕੀਤਾ? 3 ਉਹ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਜਿਹੜੇ ਸਮੇਂ ਨਾਲ, ਹਾਲਾਤਾਂ ਨਾਲ ਵੱਖ ਹੋ ਗਏ ਸਨ, ਲੇਕਿਨ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਗਏ, ਜਿਨ੍ਹਾਂ ਵਿੱਚ 3 ਨਾਂ ਬੜੇ ਅਹਿਮ ਨੇ। ਮਾਨਯੋਗ ਸੁਖਦੇਵ ਸਿੰਘ ਜੀ ਢੀਂਡਸਾ, ਮਾਨਯੋਗ ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ ਜੀ। ਸਤਿਕਾਰਯੋਗ, ਬੇਸ਼ੱਕ ਉਹਨਾਂ ਦੀ ਪੋਲੀਟਿਕਸ, ਉਹਨਾਂ ਦੀ ਪੋਲੀਟੀਕਲ ਲਾਈਨ ਤੇ ਵਿਚਾਰਧਾਰਕ ਮਤਭੇਦ ਹੋ ਸਕਦੇ ਨੇ, ਲੇਕਿਨ ਤੀਸਰਾ ਗਰੁੱਪ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੂੰ ਹੁਣੇ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਪੰਜਾਬ ਦੇ ਆਵਾਮ ਤੇ ਪੰਜਾਬ ਦੇ ਲੋਕਾਂ ਨੇ ਕਾਮਯਾਬ ਕੀਤਾ ਹੈ, ਇਲੈਕਟਡ ਮੈਂਬਰ ਆਫ ਪਾਰਲੀਮੈਂਟ ਹਨ। ਮੈਂ ਇਹ ਬੇਨਤੀ ਇਹਨਾਂ ਤਿੰਨਾਂ ਨੂੰ ਕੀਤੀ ਹੈ, ਕੁਝ ਨੂੰ ਮਿਲ ਕੇ, ਕੁਝ ਨੂੰ ਟੈਲੀਫੋਨ ਰਾਹੀਂ, ਔਰ ਨਾਲ ਦੀ ਨਾਲ ਦਿੱਲੀ ਦੇ ਇੰਪੋਰਟੈਂਟ ਸ਼੍ਰੋਮਣੀ ਅਕਾਲੀ ਦਲ ਦੇ ਜੋ ਲੀਡਰ ਹਨ, ਜਿਹਦੇ ਵਿੱਚ ਮਨਜੀਤ ਸਿੰਘ ਜੀਕੇ, ਜਿਹਦੇ ਵਿੱਚ ਪਰਮਜੀਤ ਸਿੰਘ ਸਰਨਾ, ਜਿਹਦੇ ਵਿੱਚ ਹਰਵਿੰਦਰ ਸਿੰਘ ਸਰਨਾ, ਜਿਹਦੇ ਵਿੱਚ ਹਿੱਤ ਸਾਹਿਬ। ਅਨਫੋਰਚੂਨੇਟਲੀ, ਬਹੁਤ ਅਫਸੋਸ ਦੀ ਗੱਲ ਹੈ, 17 ਤਰੀਕ ਨੂੰ ਉਹਨਾਂ ਦਾ ਭੋਗ ਹੈ ਗੁਰਦੁਆਰਾ ਰਕਾਬਗੰਜ, ਮੈਂ ਉੱਥੇ ਵੀ ਜਾ ਰਿਹਾ। ਇਹ ਮੈਂ ਉਪਰਾਲਾ ਆਰੰਭਿਆ ਕਿ ਇੱਕ ਮੰਚ ਤੇ ਆਪਾਂ ਇਕੱਤਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਾਣੀ ਦਾ ਇਹ ਪ੍ਰਮੁੱਖ ਮੁੱਦਾ ਤੇ ਇਹ ਤੋਂ ਹੋਰ ਵੱਡਾ ਮੁੱਦਾ ਜਿਹੜਾ ਹਿਊਮਨ ਰਾਈਟਸ ਨਾਲ ਸੰਬੰਧਿਤ ਹੈ, ਮੈਂ ਬੇਨਤੀ ਕਰਾਂਗਾ ਕਿ ਬੰਦੀ ਸਿੰਘਾਂ ਦੀ ਜਿਹੜੇ ਕੈਦ ਪੂਰੀ ਕਰ ਚੁੱਕੇ ਹਨ, ਦੁਨੀਆ ਦਾ ਧਿਆਨ ਇਧਰਲੇ ਪਾਸੇ ਖਿੱਚਿਆ ਗਿਆ ਹੈ ਕਿ ਇਹ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ। ਜਿਹੜਾ ਬੰਦਾ ਕੈਦ ਕੱਟ ਚੁੱਕਿਆ ਪੂਰੀ, ਹਿੰਦੁਸਤਾਨ ਵਿੱਚ ਉਦਾਹਰਨ ਹਨ ਕਿ ਉਹਨਾਂ ਨੂੰ ਰਿਹਾ ਕੀਤਾ ਗਿਆ ਹੈ। ਇਹਦੇ ਲਈ ਮੈਂ ਮਹਿਸੂਸ ਕੀਤਾ ਕਿ ਪੰਥਕ ਏਕਤਾ ਬਿਨਾਂ, ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਦੇ ਇਕੱਤਰ ਹੋਏ ਬਿਨਾਂ, ਪੰਥਕ ਹਸਤੀਆਂ, ਸੰਤ, ਸਾਧੂ, ਨਿਰਮਲੇ, ਸਾਰੇ ਸਤਿਕਾਰਯੋਗ ਜਿਹੜੇ ਸਿੱਖ ਪੰਥ ਤੇ ਗੁਰੂ ਨਾਨਕ ਦੇ ਫਲਸਫੇ ਵਿੱਚ ਭਰੋਸਾ ਕਰਦੇ ਹਨ, ਮੈਂ ਉਪਰਾਲਾ ਕਰ ਰਿਹਾ ਹਾਂ ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਮੰਚ ਤੇ, ਇੰਕਲੂਡਿੰਗ ਬਹੁਤ ਦਾਨੇ ਬੰਦੇ ਹੈ
ਸ਼੍ਰੋਮਣੀ ਅਕਾਲੀ ਦਲ ਵਿੱਚ ਸਰਦਾਰ ਬਲਵਿੰਦਰ ਸਿੰਘ ਭੂੰਦੜ। ਮੈਂ ਇਸ ਕਰਕੇ ਆਪ ਨੂੰ ਕਹਿ ਰਿਹਾ, ਕੋਈ ਕਿਸੇ ਨੂੰ ਮੈਂ ਨਿੱਜੀ ਤੌਰ ਤੇ ਨਾ ਵਡਿਆਉਣ ਲਈ ਨਹੀਂ ਕਹਿ ਰਿਹਾ, ਲੇਕਿਨ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਜੋ ਮੈਂ 2 ਵਰੇ ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਪੱਖ ਰੱਖਦਾ ਰਿਹਾ, ਉਹਨੂੰ ਅਗਰ ਬਹੁਤ ਧਿਆਨ ਨਾਲ ਦੀਗਰ ਦ੍ਰਿਸ਼ਟੀ ਨਾਲ ਕਿਸੇ ਬੰਦੇ ਨੇ ਅਧਿਐਨ ਕੀਤਾ ਔਰ ਪਾਣੀ ਦੇ ਮੁੱਦੇ ਤੇ ਸਹਿਮਤੀ ਵਿਅਕਤ ਕੀਤੀ, ਉਹ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਇਸ ਕਰਕੇ ਇਸ ਮੰਚ ਵਿੱਚ ਸੀਨੀਅਰ ਮੋਸਟ ਲੀਡਰੋਂ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ, ਇਹਨਾਂ ਨੂੰ ਵੀ ਇਸ ਮੰਚ ਤੇ ਬੁਲਾਉਣ ਦਾ ਮੈਂ ਆਪਣੇ ਵੱਲੋਂ ਇਨਵੀਟੇਸ਼ਨ ਇੱਕ ਕੋਆਰਡੀਨੇਟਰ ਦੇ ਰੂਪ ਵਿੱਚ, ਮੈਂ ਕਿਸੇ ਦਾ ਸੰਸਥਾ ਦਾ ਨਾ ਕੋਈ ਕਨਵੀਨਰ ਹੈ ਨਾ ਕੋਈ ਪ੍ਰਧਾਨ ਹੈ, ਮੈਂ ਕੋਆਰਡੀਨੇਟਰ ਹੋਣ ਨਾਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਨੂੰ ਮੈਂ ਬਿਨਾਂ ਚੋਣ ਲੜਿਆ, ਬਿਨਾਂ ਅਹੁਦਾ ਲਿਆ, ਬਿਨਾਂ ਕਿਸੇ ਪ੍ਰਕਾਰ ਦਾ ਕੋਈ ਪੋਲੀਟੀਕਲ ਆਪਦੀਆਂ ਐਂਬੀਸ਼ਨਸ ਤੋਂ ਬਿਨਾਂ ਜੇ ਡਿਕਲੇਅਰ ਕਰਦਾ ਬਠਿੰਡਾ ਪ੍ਰੈਸ ਦੇ ਸਾਹਮਣੇ ਕਿ ਮੈਂ ਆਪਣੇ ਵੱਲੋਂ ਸਿਰ ਤੋੜ ਯਤਨ ਕਰਾਂਗਾ ਕਿ ਉਸਾਰੂ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਨਾ ਕਿਸੇ ਪ੍ਰਕਾਰ ਜਿਹਾ ਆਪਸ ਦੇ ਵਿੱਚ ਬੈਠਣ ਦਾ। ਪੰਜਾਬ ਦੀ ਆਮ ਆਦਮੀ ਪਾਰਟੀ ਇਸ ਕਰਕੇ ਟੁੱਟ ਰਹੀ ਹੈ ਕਿਉਂਕਿ ਸੈਂਟਰਲਾਈਜ਼ਡ ਸਿਸਟਮ ਜਿਹੜਾ ਹੈ ਜਾਂ ਟੁੱਟਣ ਦੇ ਕਗਾਰ ਤੇ ਖੜੀ ਹੈ, ਕਿਉਂਕਿ ਉਹ ਖੁਦ ਬੰਦੇ ਉਹਨਾਂ ਦੀ ਪਾਰਟੀ ਦੇ ਇਹ ਮਹਿਸੂਸ ਕਰ ਰਹੇ ਨੇ ਕਿ ਸਾਰੇ ਡਿਸੀਜਨਸ ਜਿਹੜੇ ਨੇ, ਹੁਣ ਹਰਿਆਣੇ ਦੀ ਚਿੰਤਾ ਹੋ ਰਹੀ ਹੈ, ਹਿਮਾਚਲ ਦੀ ਚਿੰਤਾ ਹੋ ਰਹੀ ਹੈ, ਨਾਲ ਦੀ ਨਾਲ ਗੁਜਰਾਤ ਦੀ ਚਿੰਤਾ ਹੋ ਰਹੀ ਹੈ। ਪੰਜਾਬ ਦੇ ਮਾਡਲ ਨੂੰ ਗੁਜਰਾਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਪੰਜਾਬ ਦਾ ਮਾਡਲ, ਮੈਂ ਉਹਦੇ ਤੇ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਰਾਜ ਭਾਗ ਦੇ ਸਮੇਂ ਗਲਤੀਆਂ ਹੁੰਦੀਆਂ ਹਨ। ਗਲਤੀਆਂ ਨੂੰ ਕਬੂਲ ਕਰ ਲੈਣਾ ਸਿੱਖ ਮਰਿਆਦਾ ਤੇ ਸਿੱਖ ਇਤਿਹਾਸ ਦਾ ਸਭ ਤੋਂ ਟੀਸੀ ਦਾ ਮੰਜ਼ਰ ਹੈ। ਅਗਰ ਕੋਈ ਮੰਨੇ, ਲੋਕ ਫੇਰ ਵਾਪਸ ਲੈ ਆਉਂਦੇ ਆ ਤਾਕਤ ਤੇ ਸੱਤਾ ਵਿੱਚ, ਅਗਰ ਤੁਸੀਂ ਆਪਣੇ ਗੁਨਾਹ ਨੂੰ ਕਬੂਲ ਕਰ ਲਵੋ। ਮੇਰੀ ਇਹ ਬੇਨਤੀ ਹੈ ਕਿ ਜੋ ਝੁੰਦਾ ਕਮੇਟੀ ਦੀਆਂ 2 ਇੰਪੋਰਟੈਂਟ ਫਾਈਂਡਿੰਗਸ ਹਨ, ਜਿਹਦੇ 'ਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਗਲਤੀਆਂ ਨੂੰ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਸਰਵ ਉੱਚ ਮੰਨਣਾ, ਇਹ ਜ਼ਰੂਰੀ ਹੈ ਇੰਪਲੀਮੈਂਟ ਕਰਨਾ। ਇਹ ਮੈਂ ਇਸ ਫੋਰਮ ਤੇ ਨਹੀਂ ਕਹਿ ਰਿਹਾ, ਕੱਲ੍ਹ ਨੂੰ ਕੋਈ ਕਵੇ ਕਿ ਤੁਸੀਂ ਪ੍ਰੈਸ ਦੇ ਫੋਰਮ ਤੇ ਕਿਹਾ ਹੈ। ਇਹ ਮੇਰੇ ਪੱਤਰ ਵਿੱਚ ਅੰਕਿਤ ਹੈ, ਇਹ ਮੇਰੇ ਪੱਤਰ ਵਿੱਚ ਮੇਰੀ ਰਿਕੁਐਸਟ ਔਰ ਬੇਨਤੀ ਇਹ ਅੰਕਿਤ ਕੀਤੀ ਗਈ ਸੀ। ਇਸ ਕਰਕੇ ਨਾਲ ਦੀ ਨਾਲ ਮੈਂ ਇਹ ਕਹਾਂਗਾ, ਕਿਉਂਕਿ ਇੱਕ ਮਤਾ ਪਾਸ ਕੀਤਾ ਗਿਆ ਕੁਝ ਸਮਾਂ ਪਹਿਲਾਂ, ਮੇਰੇ ਇਹ ਮਤੇ ਦੀ ਕਾਪੀ ਹੈ, ਮੈਂ ਚੀਜ਼ਾਂ ਸੰਭਾਲ ਕੇ ਰੱਖਦਾ ਹਾਂ, ਦਸਤਾਵੇਜ਼, ਇਹ ਮੈਂ ਪੜ੍ਹਾਂਗਾ। ਅੱਜ 10 ਅਗਸਤ 2022 ਨੂੰ ਹਲਕਾ ਮੌੜ ਜਥੇਬੰਦੀ ਦੀ ਮੀਟਿੰਗ ਹੋਈ, ਜਿਸ ਵਿੱਚ ਸਾਂਝੇ ਤੌਰ ਤੇ ਇਹ ਮਤਾ ਪਾਸ ਕੀਤਾ ਗਿਆ ਕਿ ਸਰਦਾਰ ਜਗਮੀਤ ਸਿੰਘ ਬਰਾੜ, ਮੇਰਾ ਖੈਰ ਸਤਿਕਾਰ ਇੱਜ਼ਤ ਨਾਲ ਨਾਂ ਲਿਖਿਆ, ਕਿ ਮੌੜ ਹਲਕੇ ਤੋਂ ਵਿਧਾਨ ਸਭਾ ਦੇ ਉਮੀਦਵਾਰ ਸਨ, ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਅਤੇ ਪਾਰਟੀ ਨੂੰ ਦੁਫਾੜ ਕਰਨ ਦਾ ਕੋਸ਼ਿਸ਼ ਕਰ ਰਹੇ ਹਨ। ਸਾਡੇ ਹਾਜ਼ਰੀਨ ਵਰਕਰਾਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ। ਇਸ ਮਤੇ ਤੇ ਕੁਝ ਦੋਸਤਾਂ ਦੇ, ਜਿਨ੍ਹਾਂ ਨੇ ਮੇਰੀ ਚੋਣ ਵਿੱਚ ਵਰਕਰਾਂ ਨੇ ਮਦਦ ਕੀਤੀ ਸੀ, ਉਹਦੇ ਤੇ ਦਸਤਖਤ ਹਨ। ਇਹ ਸਾਰੇ ਦੇ ਸਾਰੇ ਮੈਂ ਬੇਨਤੀ ਇਹ ਕਰਨਾ ਚਾਹੁੰਦਾ, ਮੈਂ ਅਕਾਲੀ ਦਲ ਦੇ ਵਰਕਰ ਦੇ ਤੌਰ ਤੇ ਤਾਂ ਜ਼ਿੰਦਗੀ ਆਪਦਾ ਮਨ ਬਣਾ ਲਿਆ ਦ੍ਰਿੜਤਾ ਦੇ ਨਾਲ ਪੰਥ ਦੀ ਬਿਨਾਂ ਅਹੁਦੇ ਤੋਂ ਸੇਵਾ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਦੇ ਏਕੇ ਲਈ। ਇਸ ਕਰਕੇ ਮੈਂ ਬੇਨਤੀ ਕਰਾਂਗਾ, ਕਿਉਂਕਿ ਮਤਾ ਲੋਕ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਲਈ ਨੁਕਸਾਨਦੇਹ ਹੋ ਸਕਦਾ ਹੈ, ਪਾਰਟੀ ਦੇ ਤੌਰ ਤੇ ਨੁਕਸਾਨਦੇਹ ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ 'ਚੋਂ ਅੱਧਿਆਂ ਬੰਦਿਆਂ ਦੇ ਤਾਂ ਮੈਨੂੰ ਫੋਨ ਆ ਵੀ ਗਏ ਕਿ ਸਾਨੂੰ ਇਹ ਕਿਹਾ ਗਿਆ ਸੀ ਉਸ ਦਿਨ 10 ਅਗਸਤ ਨੂੰ ਕੁਝ ਨੇਤਾਵਾਂ ਵੱਲੋਂ ਕਿ ਜਗਮੀਤ ਸਿੰਘ ਬਰਾੜ ਨੂੰ ਅਗਲੇ ਦਿਨ ਪਾਰਟੀ 'ਚੋਂ ਕੱਢ ਦੇਣਾ, ਇਸ ਕਰਕੇ ਤੁਸੀਂ ਤੁੱਥ ਮੁੱਥ ਕਰਕੇ ਰਾਤ ਨੂੰ ਫਟਾਫਟ ਮਤਾ ਪਾ ਦਿਓ। ਤੇ ਮੈਂ ਉਹਨਾਂ ਨੂੰ ਜੋ ਕਹਿ ਰਿਹਾ ਹਾਂ, ਮੈਂ ਪ੍ਰਧਾਨ ਜੀ ਨੂੰ ਜੋ ਬੇਨਤੀ ਕਰ ਰਿਹਾ ਹਾਂ ਜਾਂ ਪਾਰਟੀ ਨੂੰ ਜੋ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਤਿਆਗ ਕਰੋ, ਤੇ ਮੈਂ ਖੁਦ ਹੀ ਤਿਆਗ ਕਰਦਾ ਹਾਂ। ਮੈਂ ਅਕਾਲੀ ਦਲ ਦਾ ਮੈਂਬਰ ਰਹਾਂਗਾ, 3 ਵਾਰ ਰਿਪੀਟ ਕਰਦਾ, ਪ੍ਰਾਇਮਰੀ ਮੈਂਬਰ, ਤਾਂ ਜ਼ਿੰਦਗੀ ਜਦੋਂ ਤੱਕ ਮੇਰੇ ਸਵਾਸ ਵਿੱਚ ਸਵਾਸ ਹੈ। ਮੈਂ ਪੰਥਕ ਏਕਤਾ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਔਰ ਦੇਸ਼ ਵਿਦੇਸ਼ ਦੇ ਵਿੱਚ ਮੈਂ ਇੱਕ ਖਬਰ ਦੇਣਾ ਚਾਹੁੰਦਾ ਤੁਹਾਨੂੰ
ਤਿੰਨੋਂ ਪਾਰਟੀਆਂ ਕੇਂਦਰ ਦੀਆਂ ਪਾਰਟੀਆਂ ਹਨ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ। ਉਹਨਾਂ ਦਾ ਕੋਈ ਇੰਟਰਸਟ ਵਾਟਸੋਐਵਰ ਪੰਜਾਬ ਦੇ ਆਉਣ ਵਾਲੇ ਪਾਣੀਆਂ ਦੇ ਮੁੱਦੇ ਤੇ, ਮੈਂ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਕਿ ਸੋਸ਼ਲ ਜਾਂ ਹੋਰ ਕੋਈ ਉਹਨਾਂ ਦਾ ਮੁੱਦਾ ਨਹੀਂ, ਲੇਕਿਨ ਕਿਉਂਕਿ ਉਹਨਾਂ ਦਾ ਇੰਟਰਸਟ ਉਹ ਵਾਚ ਸੈਂਟਰਲ ਪਾਰਟੀ ਦਾ ਕਰਦੇ ਹੈ। ਸ਼੍ਰੋਮਣੀ ਅਕਾਲੀ ਦਲ ਕੇਵਲ ਖੇਤਰੀ ਪਾਰਟੀ ਹੈ। ਮੈਂ ਇਸ ਮੁਕੱਦਸ ਪਾਰਟੀ ਦਾ 102 ਵਰਿਆਂ ਦਾ ਇਤਿਹਾਸ ਔਰ ਜਿਸ ਪ੍ਰਕਾਰ ਦੀਆਂ ਕੁਰਬਾਨੀਆਂ ਇਸ ਪਾਰਟੀ ਦੇ ਵੱਡਿਆਂ ਵਡੇਰਿਆਂ ਨੇ ਕੀਤੀਆਂ, ਉਹਨਾਂ 'ਚੋਂ ਅਗਲੀ ਪੀੜ੍ਹੀ ਕੁਝ ਸ਼ਿਫਟ ਹੋ ਚੁੱਕੀ ਹੈ ਬਾਹਰ। ਉਹਨਾਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਮੈਨੂੰ ਫੋਨ ਆਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਨਹੀਂ ਟੁੱਟਣੀ ਚਾਹੀਦੀ, ਮਰਨੀ ਚਾਹੀਦੀ, ਇਹਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ, ਤਾਂ ਜੋ ਪੰਜਾਬ ਦੇ ਵਡੇਰੇ ਹਿੱਤ ਜਿਹੜੇ ਹੈ ਉਹ ਸੁਰੱਖਿਅਤ ਹੋ ਸਕੇ। ਇਸ ਕਰਕੇ ਮੈਂ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਹਲਕਾ ਇੰਚਾਰਜ ਦਾ ਜਿਹੜਾ ਮੌੜ ਹਲਕੇ ਦਾ ਮੈਨੂੰ ਮਾਣ ਦਿੱਤਾ ਸੀ, ਮੈਂ ਤੁਹਾਡਾ ਧੰਨਵਾਦੀ ਹਾਂ। ਉਹ ਕਿਉਂਕਿ ਤੁਸੀਂ ਮਤਾ ਹੀ ਮੇਰੇ ਵਿਰੁੱਧ ਪਵਾ ਦਿੱਤਾ ਮੌੜ ਦੇ ਪਾਰਟੀ ਦੇ ਵਰਕਰਾਂ ਤੋਂ, ਇਸ ਕਰਕੇ ਤੁਸੀਂ ਜਿਸ ਨੂੰ ਮੁਨਾਸਿਬ ਸਮਝੋ, ਜਿਸ ਹਲਕੇ ਦੇ ਬੰਦੇ ਨੂੰ ਮੁਨਾਸਿਬ ਸਮਝੋ, ਸੀਨੀਅਰ ਬੰਦੇ ਨੂੰ, ਅਧਿਕਾਰਤ ਹਲਕੇ ਦੇ ਬੰਦੇ ਨੂੰ, ਜੋ ਤੁਹਾਡੀਆਂ ਪਾਲਿਸੀਆਂ ਕਿ ਇੱਕ ਪਰਿਵਾਰ ਇੱਕ ਟਿਕਟ ਔਰ ਅਨੇਕਾਂ ਗੱਲਾਂ ਹੋਈਆਂ, ਤਾਂ ਤੁਸੀਂ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਆਪਣੇ ਵੱਲੋਂ ਕਿਸੇ ਨੂੰ ਦਿਓ। ਮੈਂ ਸਿਰ ਝੁਕਾ ਕੇ ਕਬੂਲ ਕਰਾਂਗਾ, ਮੈਂ ਉਹਨਾਂ ਨੂੰ ਤੁਆਵਨ ਦਿਆਂਗਾ। ਮੈਂ ਤੁਹਾਡੀਆਂ ਲੋਕ ਸਭਾ ਦੀਆਂ ਚੋਣਾਂ 'ਚ ਵੀ ਤੁਆਵਨ, ਕਿਉਂਕਿ ਮੈਂ ਅਕਾਲੀ ਹਾਂ, ਮੈਂ ਅਕਾਲੀ ਰਹਾਂਗਾ। ਮੈਂ ਇਸ ਗੱਲ ਦਾ ਅੱਜ ਦੁਬਾਰਾ ਇਹ ਵਚਨ ਇਸ ਲਈ ਕੀਤਾ ਹੈ ਕਿਉਂਕਿ ਜ਼ਿੰਮੇਵਾਰੀ ਵੱਡੀ ਹੈ। ਜ਼ਿੰਮੇਵਾਰੀ ਹੁਣ ਪੋਲੀਟਿਕਸ ਤੋਂ ਕਈ ਮੰਜ਼ਰ ਉੱਪਰ ਮੇਰੀ ਰਿਸਪੌਂਸਿਬਿਲਿਟੀ ਹੈ। ਜਿਹੜੀ ਮੇਰੀ ਪੰਜਾਬ ਦੇ ਸਾਧੂਆਂ ਸੰਤਾਂ ਨਾਲ ਗੱਲ ਹੋਈ ਹੈ, ਮੈਨੂੰ ਇੱਕ ਗੱਲ ਦਾ ਮਾਣ ਹੈ, ਤੁਹਾਡੇ ਰਾਹੀਂ ਤੁਸੀਂ ਮੈਨੂੰ ਮਾਣ ਦਿੱਤਾ ਹੈ। ਜੋ ਤਿਲ ਫੁੱਲ ਮੈਂ ਤਾਂ ਨਹੀਂ ਕਹਾਂਗਾ ਆਪਣੇ ਮੂੰਹ, ਮੈਨੂੰ ਸੰਤਾਂ ਸਾਧੂਆਂ ਨੇ ਜਦੋਂ ਉਹਨਾਂ ਨੂੰ ਮੈਂ ਮਿਲਣ ਜਾਣਾ, ਹੱਥ ਜੋੜ ਕੇ ਫਤਿਹ ਬੁਲਾਉਣਾ, ਉਹ ਕਹਿੰਦੇ ਆ ਆਵਾਜ਼ੇ ਪੰਜਾਬ, ਤੁਸੀਂ ਉੱਠੋ ਧਰਤੀ ਦਿਓ, ਲਾ ਲਓ, ਗੱਲ ਕਰੋ ਪੰਜਾਬ ਦੀ, ਪੰਜਾਬ ਦੇ ਵਡੇਰੇ ਹਿੱਤਾਂ ਦੀ। ਇਸ ਕਰਕੇ ਮੈਂ ਆਪਣੀ ਆਵਾਜ਼ ਪੰਥਕ ਏਕਤਾ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮੰਚ ਤੇ ਇਕੱਤਰ ਕਰਨ ਲਈ, ਇਹਨਾਂ ਲੀਡਰਾਂ ਦੇ ਘਰੋਂ ਘਰੀ ਜਾ ਕੇ, ਇਹਨਾਂ ਸੰਪਰਦਾਵਾਂ ਦੇ ਘਰੋਂ ਘਰੀ ਜਾ ਕੇ ਕਰਾਂਗਾ। ਤੇ ਆਹ ਜਿਹੜੇ ਸਤਲੁਜ ਜਮਨਾ ਲਿੰਕ ਨਹਿਰ ਦੀ ਤਲਵਾਰ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਸਿਰ ਤੇ ਲਟਕ ਰਹੀ ਹੈ, ਮੈਂ ਇਹਦੇ ਬਾਰੇ ਆਪਣਾ ਸਭ ਤੋਂ ਵੱਡਾ ਉਪਰਾਲਾ ਕਰਾਂਗਾ। ਸਮਾਂ ਦੇ ਕੇ, ਸਮਾਂ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਸਮਾਂ ਦੇ ਕੇ 17 ਤਰੀਕ ਨੂੰ ਕਿਉਂਕਿ ਉੱਥੇ ਭੋਗ ਹੈ, ਮੈਨੂੰ ਦਿੱਲੀ ਜਾਣ ਦਾ ਮੌਕਾ ਮਿਲੇਗਾ। ਮੈਂ ਉੱਥੋਂ ਦੇ ਦੂਸਰੀ ਪਾਰਟੀਆਂ ਜਿਹੜੇ ਚਲੇ ਗਏ ਨੇ, ਫੋਰ ਐਗਜ਼ਾਮਪਲ ਹਰਮੀਤ ਸਿੰਘ ਕਾਲਕਾ ਬਹੁਤ ਮੇਰੇ ਪੁਰਾਣੇ ਪਰਮ ਮਿੱਤਰ ਹੈ, ਚਾਹੇ ਉਹ ਮਨਜਿੰਦਰ ਸਿੰਘ ਸਰਸਾ ਹੈ, ਚਾਹੇ ਉਹ ਬੀਜੇਪੀ ਚਲੇ ਗਏ ਨੇ, ਲੇਕਿਨ ਪੰਜਾਬ ਦੇ ਪਾਣੀਆਂ ਤੇ ਮੈਂ ਭਾਰਤੀ ਜਨਤਾ ਪਾਰਟੀ ਦੇ 3 ਆਗੂਆਂ ਨੂੰ ਬੇਨਤੀ ਕਰਾਂਗਾ। ਨੰਬਰ 1 ਪ੍ਰੈਜ਼ੀਡੈਂਟ ਅਸ਼ਵਨੀ ਜੀ, ਨੰਬਰ 2 ਸੁਭਾਸ਼ ਸ਼ਰਮਾ ਜੀ, ਨੰਬਰ 3 ਮੈਂ ਇੱਕ ਬਹੁਤ ਮਹੱਤਵਪੂਰਨ ਨਾਲ ਲੈਣ ਜਾ ਰਿਹਾ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਫੈਸਿਲੀਟੇਟ ਕਰੋ ਪੰਜਾਬ ਨੂੰ। ਕੈਪਟਨ ਅਮਰਿੰਦਰ ਸਿੰਘ ਚਲੇ ਗਏ ਨੇ ਭਾਰਤੀ ਜਨਤਾ ਪਾਰਟੀ 'ਚ, ਕਿਉਂ ਨਹੀਂ ਜ਼ੋਰ ਲਾਉਂਦੇ, ਕ੍ਰਾਸ ਦੀ ਟੇਬਲ ਬੈਠ ਕੇ ਪੰਜਾਬ ਦੇ ਪਾਣੀਆਂ ਦਾ ਪੱਖ ਰੱਖਦੇ? ਕਿਉਂ ਨਹੀਂ ਮੇਰੇ ਬਹੁਤ ਸੁਹਿਰਦ ਮਿੱਤਰ, ਬਹੁਤ ਕਾਬਲ ਮਿੱਤਰ ਸੁਨੀਲ ਜਾਖੜ, ਜਿਨ੍ਹਾਂ ਹਾਲਾਤਾਂ ਵਿੱਚ ਦੂਜੇ ਪਾਸੇ ਗਏ ਆ, ਕਿਉਂ ਨਹੀਂ ਉਹ ਵੀ ਬਹਿੰਦੇ? ਕਿਉਂ ਨਹੀਂ ਭਗਵੰਤ ਸਿੰਘ ਮਾਨ ਵੀ ਬਹਿੰਦੇ? ਕਿਉਂ ਨਹੀਂ ਅਕਾਲੀ ਦਲ ਬਹਿੰਦੇ? ਕਿਉਂ ਨਹੀਂ ਸਾਰੀਆਂ ਪਾਰਟੀਆਂ, ਕਮਿਊਨਿਸਟ ਪਾਰਟੀਆਂ ਨੂੰ ਵੀ ਮੈਂ ਇਹਦੇ 'ਚ ਇਨਵੋਲਵ ਕਰਨਾ ਚਾਹੁੰਦਾ। ਖੱਬੀਆਂ ਪਾਰਟੀਆਂ ਦਾ ਹਮੇਸ਼ਾ ਪਾਣੀਆਂ 'ਤੇ ਬਹੁਤ ਕਲੀਅਰ ਸਟੈਂਡ ਰਿਹਾ ਹੈਗਾ, ਕਿਸਾਨ ਯੂਨੀਅਨਸ ਦਾ ਸਟੈਂਡ ਰਿਹਾ। ਆਓ ਆਪਾਂ ਇੱਕ ਕੋਰ ਇਸ਼ੂ 'ਤੇ, ਕਿੰਨੇ ਲੜ ਲਓ, ਕਿੰਨੇ ਮਤਭੇਦ ਵਿਚਾਰਧਾਰਕ ਜੋ ਹੋਣ, ਮੈਂ ਬੇਨਤੀ ਕਰਦਾ ਕਿ ਇਸ ਮੁੱਦੇ 'ਤੇ ਤੁਹਾਡੇ ਨਾਲ ਤਿੰਨੇ ਅਕਾਲੀ ਦਲ ਦੇ ਨੇਤਾ, ਸਾਰੀਆਂ ਸੰਪਰਦਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੇ ਮੁੱਖ ਮੰਤਰੀ, ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਰਾਜ ਪਾਠ ਹੈਗਾ, ਉਹਨਾਂ ਦੇ ਬੰਦਿਆਂ ਨੂੰ ਇਨਵੋਲਵ ਕਰਨਾ ਇਸ ਇਸ਼ੂ 'ਤੇ। ਐਵੇਂ ਇੱਕ ਦੂਜੇ ਨੂੰ ਕੋਠਿਆਂ 'ਤੇ ਚੜ੍ਹ ਕੇ ਕ੍ਰਿਟੀਸਾਈਜ਼ ਕਰੀ ਜਾਓ, ਮੈਂ ਕਿਸੇ ਨੂੰ ਮੈਂ ਜਵਾਬ ਦਿਆਂਗਾ। ਮੈਂ ਇਹ ਬੇਨਤੀ ਕਰਨਾ ਚਾਹੁੰਦਾ, ਇਹ ਪੋਜ਼ਿਟਿਵ ਐਸਪੈਕਟ ਹੈ। ਫੂਡ ਗ੍ਰੇਨ ਕੰਟਰੀ ਪ੍ਰੋਡਕਸ਼ਨ 70% ਦਾ ਯੋਗਦਾਨ ਨੈਸ਼ਨਲ ਪੂਲ ਦੇ ਵਿੱਚ ਆਪਣਾ ਤੇ ਹਰਿਆਣੇ ਦਾ ਹੈ। ਮੈਂ ਇਹਦੇ 'ਚ ਹਰਿਆਣੇ ਨੂੰ ਵੀ ਸ਼ਾਮਲ ਕਰਦਾ ਕਿ ਹਰਿਆਣਾ ਵੀ ਇਸ ਦੇਸ਼ ਦੇ ਇੱਕ ਦਾਣੇ ਨੂੰ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਪਹੁੰਚਾਏਗਾ। ਦਿਓ ਉਹਨਾਂ ਨੂੰ ਸ਼ਾਰਦਾ ਯਮਨਾ ਲਿੰਕ ਤੇ ਬੰਦ ਕਰੋ ਹਮੇਸ਼ਾ ਲਈ ਦਾ ਸੁਪਰੀਮ ਕੋਰਟ ਟੇਕਿੰਗ ਆਲ ਥੀਸ ਥਿੰਗਸ ਇਨਟੂ ਕੋਗਨੀਜ਼ੈਂਸ। ਇਹ ਪੰਜਾਬ ਦਾ ਵਗਦਾ ਲਹੂ ਜਿਹੜਾ ਸਿਮ ਕਰਕੇ ਵਗ ਰਿਹਾ, ਉਹਨੂੰ ਇਹ ਬੰਦ ਕਰਨ। ਮੈਂ ਹੁਣ ਇਸ ਤੋਂ ਬਾਅਦ ਤੁਹਾਡੇ ਪ੍ਰਸ਼ਨ, ਕਿਉਂਕਿ ਮੈਂ ਮੁਆਫੀ ਮੰਗਦਾ, ਪ੍ਰਿੰਟ ਮੀਡੀਆ ਬਹੁਤ ਮਹੱਤਵਪੂਰਨ ਹੈ, ਕਿਉਂਕਿ ਪ੍ਰਿੰਟ ਮੀਡੀਆ ਨੇ ਅਗਲੇ ਦਿਨ ਅੰਕੜੇ ਦੇਣੇ ਹੈ, ਬੇਸ਼ੱਕ ਇਹ ਔਨ
ਬੁਲਾਓਗੇ ਜਾਂ ਨਹੀਂ ਬੁਲਾਓਗੇ? ਕਾਂਗਰਸ ਜ਼ਰੂਰ ਡੈਫੀਨੇਟਲੀ ਕਾਂਗਰਸ ਨਹੀਂ ਮੈਂ ਕਾਂਗਰਸ ਦਾ ਮੈਂ ਸਾਰਿਆਂ ਦਾ ਕਹਿ ਰਿਹਾ, ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਸ ਗੱਲ ਤੇ ਮੁਤਫਿਕ ਹੈ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਵਿਤਕਰਾ ਹੋ ਰਿਹਾ, ਦੇ ਸ਼ੁੱਡ ਕਮ ਔਨ ਬਈ। ਜੇ ਭਾਈ ਮੇਰੇ ਤੇ ਤੁਹਾਨੂੰ ਕਿਸੇ ਗੱਲ ਦਾ ਇਤਰਾਜ਼ ਹੈ ਤਾਂ ਤੁਸੀਂ ਆਪ ਦਾ ਹਲਕੇ ਦਾ ਬੰਦਾ ਕੋਈ ਲਾ ਲਓ। ਠੀਕ ਹੈ ਇਹ ਬੇਨਤੀ। ਪਰ ਤੁਸੀਂ ਇਹ ਵੀ ਗੱਲ ਕਹੀ ਹੈ ਵੀ ਸ਼੍ਰੋਮਣੀ ਅਕਾਲੀ ਦਲ 'ਚ ਵੀ ਰਵਾਂਗਾ, ਫਿਰ ਕੀ ਫਿਰ ਇਸ ਸੁਖਬੀਰ ਬਾਦਲ ਨੂੰ ਪ੍ਰਧਾਨ ਮੰਨ ਕੇ ਫਿਰ ਤੁਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰੋਗੇ, ਕੰਮ ਕਰੋਗੇ? ਮੈਂ ਬੇਨਤੀ ਕਰ ਚੁੱਕਿਆ ਹਾਂ ਕਿ 2 ਪੱਤਰ ਦੇ ਵਿੱਚ ਜਿਹੜੇ ਇੰਪੋਰਟੈਂਟ ਮੁੱਦੇ ਨੇ ਜਿਨ੍ਹਾਂ 'ਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਤੇ ਤਿਆਗ ਕਰਨਾ। ਮੈਂ ਤਿਆਗ ਪੱਤਰ ਨਹੀਂ ਕਹਿ ਰਿਹਾ, ਮੈਂ ਪਹਿਲਾਂ ਵੀ ਤਿਆਗ ਪੱਤਰ ਨਹੀਂ ਕਿਹਾ। ਆਪ ਗਵਾਈਏ ਤਾਂ ਸੌ ਪਾਈਏ। ਮੈਂ ਕੋਰ ਕਮੇਟੀ ਦੀ ਮੀਟਿੰਗ 'ਚ ਬਾਣੀ ਦਾ, ਜਪਜੀ ਸਾਹਿਬ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਾਕ ਦਾ ਹਵਾਲਾ ਦਿੱਤਾ। ਆਪ ਗਵਾਈਏ ਤਾਂ ਸੌ ਪਾਈਏ ਔਰ ਕੈਸੀ ਚਤਰਾਈ। ਦੁਨੀਆ ਦੀਆਂ ਚੀਜ਼ਾਂ ਤੇ ਲਾਲਚ ਨੂੰ, ਕਈ ਵਾਰੀ ਤਾਕਤਾਂ ਨੂੰ ਛੱਡਣਾ ਪੈਂਦਾ ਹੈ ਔਰ ਉਹੀ ਮਨੁੱਖ ਦਾ ਸਭ ਤੋਂ ਵੱਡਾ ਟੈਸਟ ਹੁੰਦਾ ਹੈ। ਐਰਨੋਲਡ ਟੋਇਨਬੀ ਨੇ ਬੜੀ ਵਧੀਆ ਗੱਲ ਕਹੀ ਹੈ, ਉਹ ਚੈਲੰਜਸ ਐਂਡ ਰਿਸਪੌਂਸ ਉਹਨਾਂ ਦੀ ਕਿਤਾਬ ਹੈ, ਬੜੀ ਵਰਲਡ ਫੇਮਸ। ਚੈਲੰਜਸ ਐਂਡ ਰਿਸਪੌਂਸ ਉਹਨਾਂ ਦੀ ਕਿਤਾਬ ਹੈ, ਬੇਨਤੀ ਭੁੱਲਰ। ਚੈਲੰਜ ਐਂਡ ਰਿਸਪੌਂਸ ਦੇ ਵਿੱਚ ਇੱਕ ਪੈਰਾ ਹੈ, ਉਹ ਆਂਦਾ ਜਦੋਂ ਚੁਣੌਤੀ ਆਉਂਦੀ ਹੈ ਮਨੁੱਖ ਦਾ ਇਮਤਿਹਾਨ ਉਦੋਂ ਆਉਂਦਾ ਹੈ ਕਿ ਉਹ ਚੁਣੌਤੀ ਵੇਲੇ ਕਿਹੋ ਜਿਹਾ ਵਿਹਾਰ ਕਰਦਾ ਹੈ, ਕਿਹੋ ਜਿਹਾ ਵਿਹਾਰ ਕਰਦਾ ਹੈ। ਤਾਂ ਮੈਂ ਕੋਈ ਉਹਨਾਂ ਦੇ ਪਰਸਨਲ, ਬਿਲਕੁਲ ਮੇਰੀ ਕੋਈ ਸੁਖਬੀਰ ਸਿੰਘ ਜੀ ਬਾਦਲ ਨਾਲ ਪਰਸਨਲ ਵਿਰੋਧਤਾ ਨਹੀਂ। ਮੈਂ ਤਾਂ ਉਹਨਾਂ ਦੇ ਨਾਲ ਸ਼ਾਮਿਲ ਹੋਇਆ, ਉਹਨਾਂ ਨੇ ਅਕਾਲੀ ਦਲ ਵਿੱਚ ਮੈਨੂੰ ਸ਼ਾਮਿਲ ਕੀਤਾ ਹੈ। ਮੈਂ ਕੋਰ ਕਮੇਟੀ ਦਾ ਮੈਂਬਰ ਸੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ। ਵਰਕਿੰਗ ਕਮੇਟੀ ਜਿਹੜੀ ਹੈਗੀ ਆ, ਉਹ ਮੈਨੂੰ ਇਹ ਜਾਣਕਾਰੀ ਨਹੀਂ ਕਿ ਵਰਕਿੰਗ ਕਮੇਟੀ ਕੋਈ ਐਗਜ਼ਿਸਟ ਕਰਦੀ ਹੈ ਕਿ ਨਹੀਂ, ਲੇਕਿਨ ਮੇਰਾ ਕਹਿਣ ਦਾ ਭਾਵ ਹੈ ਕੋਰ ਕਮੇਟੀ ਮੈਂਬਰ ਵਾਜ਼ ਆਟੋਮੈਟਿਕਲੀ ਵਰਕਿੰਗ ਕਮੇਟੀ ਮੈਂਬਰ। ਇਸ ਕਰਕੇ ਮੈਂ ਤੁਹਾਡੇ ਸਵਾਲ ਦਾ ਬੇਨਤੀ ਇਹੀ ਕਰਾਂਗਾ ਕਿ ਇਹਦੇ ਤੇ ਮੈਂ ਅਕਾਲੀ ਦਲ ਵਿੱਚ ਰਹਾਂਗਾ। ਅਕਾਲੀ ਦਲ ਦੇ ਉਹ ਪ੍ਰਧਾਨ, ਉਹਨਾਂ ਨੂੰ ਉਹ ਕੋਰ ਕਮੇਟੀ ਨੇ ਉੱਥੇ ਸਰਬਸੰਮਤੀ ਨਾਲ ਜ਼ਿਲ੍ਹੇ ਦੇ ਜਥੇਦਾਰਾਂ ਨੇ ਬਣਾਇਆ। ਇਹ ਉਹਨਾਂ ਦਾ ਰਾਈਟ ਹੈ, ਉਹਨਾਂ ਦਾ ਪਰਸਨਲ ਡਿਸੀਜਨ ਹੈ। ਮੈਂ ਨਹੀਂ ਇਹ ਕਹਾਂਗਾ ਕਿ ਉਹ ਤੁਰੰਤ ਪਾਸੇ ਹੋ ਜਾਣ। ਮੈਂ ਕਹਿ ਰਿਹਾ ਕਿ ਅਗਰ ਅਕਾਲੀ ਦਲ ਨੂੰ ਤਕੜਿਆ ਕਰਨਾ ਹੈ, ਅਗਰ ਅਸੀਂ ਆ ਮਈ ਦੀ ਚਿੱਠੀ ਹੈ ਨਾ, ਅਗਰ ਜ਼ਿਮਨੀ ਚੋਣ ਦੇ ਵਿੱਚ ਸੰਗਰੂਰ ਦੇ ਵਿੱਚ ਹੀ ਮੇਰੀ ਗੱਲ, ਚਲੋ ਮੈਂ ਨਹੀਂ ਕਹਾਂਗਾ ਮੇਰੀ ਗੱਲ ਕੋਈ, ਮੈਂ ਬਹੁਤਾ ਵੱਡਾ ਨਹੀਂ, ਮੈਂ ਤਾਂ ਬਹੁਤ ਨਿਮਾਣਾ ਤੇ ਗਲਤੀਆਂ ਦਾ ਪੁਤਲਾ ਬੰਦਾ, ਪਰ ਮੈਂ ਇਹ ਕਿਹਾ ਸੀ ਕਿ ਆਪਾਂ ਇਹ ਬੜਾ 5ਵੇਂ ਨੰਬਰ ਤੇ ਸੰਗਰੂਰ ਵਿੱਚ ਆਉਣ ਤੋਂ ਬਾਅਦ ਹੁਣ 2 ਮਹੀਨੇ ਬੀਤ ਚੁੱਕੇ, 3 ਮਹੀਨੇ, ਕੀ ਇਹਨਾਂ 3 ਮਹੀਨਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਕਦਮ, ਇਹੀ ਕਦਮ ਏਕਤਾ ਦੇ ਅੱਗੇ ਵਧਾਉਣ ਵੱਲ ਮੈਂ ਹਾਂਜੀ ਸੋਰੀ ਨਾਮ ਉਜਾਗਰ ਕਰ ਲਓ ਕਿ ਜਿਹੜਾ ਮਤਾ ਪਵਾਈ ਤੁਹਾਡੇ ਖਿਲਾਫ ਨਹੀਂ, ਨਾਮ ਉਜਾਗਰ ਤਾਂ ਮਤਲਬ ਇਹ ਹੈ, ਨਾਮ ਉਜਾਗਰ ਤਾਂ ਹੁਣ ਉਹ ਇੰਨਾ ਨਾਂ ਜੇ ਤੁਹਾਨੂੰ ਨਹੀਂ, ਆ ਤੁਹਾਡੇ ਪਿੱਛੇ ਨਹੀਂ ਸੀ ਪ੍ਰੈਸ ਕਾਨਫਰੰਸ, ਇੱਥੇ ਹੀ ਸੀ, ਆ ਦੇਖੋ। ਨਹੀਂ, ਉਹਦੇ ਸਰਦਾਰ ਬਲਕਾਰ ਸਿੰਘ ਜੀ, ਸਰਦਾਰ ਬਹਾਦਰ ਬਲਕਾਰ ਸਿੰਘ ਜੀ ਪ੍ਰਧਾਨ ਜਿਹੜੇ ਸੀਗੇ ਜ਼ਿਲ੍ਹੇ ਦੇ, ਔਰ ਮੌੜ ਹਲਕੇ ਦੀ ਜਥੇਬੰਦੀ ਦੇ ਜਿਹੜੇ 5-6 ਸਰਕਲ ਪ੍ਰਧਾਨ ਸੀ,